यूनान मिस्र रोमा सब मिट गए जहां से, कुछ बात है कि हस्ती मिटती नहीं हमारी। ਸਾਥੀਓ, ਇਹ ਹਸਤੀ ਸਾਡਾ ਉਹ ਵਿਰਸਾ ਹੈ ਜਿਸ ਨੂੰ ਕਿ ਪਿਛਲੇ 17 ਲੱਖ ਵਰਿਆਂ ਤੋਂ ਸਾਡੇ ਪੁਰਖਿਆਂ ਨੇ ਸੰਭਾਲ ਕੇ ਰੱਖਿਆ ਹੈ। ਇਹ ਗੱਲਾਂ ਕਿਸੇ ਗ੍ਰੰਥ ਦੇ ਵਿੱਚ ਤਾਂ ਹੈ ਹੀ, ਲੇਕਿਨ ਸਾਡੇ ਜੀਵਨ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਉਸ ਨੂੰ ਆਪਣੇ ਜੀਵਨ ਦੇ ਵਿੱਚ ਉਤਾਰਿਆ ਹੋਇਆ ਹੈ। ਇਹ ਉਹ ਵਿਰਸਾ ਹੈ ਜਿਸ ਨੂੰ ਸਮਾਪਤ ਕਰਨ ਲਈ ਹਜ਼ਾਰਾਂ ਵਰਸ਼ਾਂ ਤੋਂ ਇਸ ਦੇਸ਼ ਦੇ ਵਿੱਚ ਹਮਲੇ ਹੁੰਦੇ ਰਹੇ ਔਰ ਜਿਨ੍ਹਾਂ ਨੇ ਇਸ ਵਿਰਸੇ ਨੂੰ ਸਮਾਪਤ ਕਰਨ ਲਈ, ਇਸ ਵਿਰਸੇ ਤੋਂ ਸਾਨੂੰ ਵਾਂਝੇ ਕਰਨ ਲਈ ਲੱਖਾਂ ਕਰੋੜਾਂ ਲੋਕਾਂ ਦੇ ਬਲੀਦਾਨ ਵੀ ਹੋਏ, ਫਿਰ ਵੀ ਅਸੀਂ ਉਸ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਉਹ ਵਿਰਸਾ ਕੀ ਹੈ? ਤਾਂ ਉਹ ਵਿਰਸਾ ਹੈ ਸਾਡੇ 16 ਸੰਸਕਾਰ, ਜਿਹੜੇ 16 ਸੰਸਕਾਰਾਂ ਦੇ ਤਹਿਤ ਅਸੀਂ ਲੱਖਾਂ ਸਾਲਾਂ ਤੋਂ ਇੱਕ ਜੀਵਨ ਜੀ ਰਹੇ ਹਾਂ। ਇਸ ਕਰਕੇ ਸਨਾਤਨ ਧਰਮ ਨੂੰ ਇੱਕ ਵੇ ਆਫ ਲਾਈਫ ਵੀ ਕਿਹਾ ਗਿਆ, ਇੱਕ ਜੀਵਨ ਪੱਧਤੀ ਵੀ ਕਹੀ ਗਈ ਹੈ। ਇਹ ਜਿਹੜੀ ਜੀਵਨ ਪੱਧਤੀ ਹੈ, ਅਸੀਂ ਆਪਣੇ ਜੀਵਨ ਦੇ ਰਾਹੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇੱਕ ਸੰਸਕਾਰ ਦੇ ਕੇ ਜਾਂਦੇ ਹਾਂ, ਇੱਕ ਜੀਵਨ ਜੀਣ ਦੀ ਸ਼ੈਲੀ ਦੇ ਕੇ ਜਾਂਦੇ ਹਾਂ, ਜਿਸ ਦੇ ਤਹਿਤ ਇਹ ਲੱਖਾਂ ਸਾਲਾਂ ਦਾ ਇੱਕ ਜੀਵਨ ਜਿਹੜਾ ਹੈ ਇਸ ਭਾਰਤ ਦੀ ਪਵਿੱਤਰ ਧਰਤੀ ਦੇ ਉੱਤੇ ਜੀਆ ਜਾ ਰਿਹਾ। ਅੱਜ ਜੇ ਮੈਂ 16 ਸੰਸਕਾਰਾਂ ਦੀ ਗੱਲ ਕਰ ਰਿਹਾ ਤਾਂ ਬਹੁਤ ਥੋੜੇ ਹੀ ਲੋਕ ਹੋਣਗੇ ਜਿਨ੍ਹਾਂ ਨੂੰ ਇਹਨਾਂ 16 ਸੰਸਕਾਰਾਂ ਦੇ ਬਾਰੇ ਜਾਣਕਾਰੀ ਹੈ। ਲੇਕਿਨ 3 ਅੱਜ ਮੈਂ ਸੰਸਕਾਰਾਂ ਦੀ ਐਸੀ ਗੱਲ ਕਰਾਂਗਾ ਜਿਹੜੇ ਕਿ ਅੱਜ ਸਾਨੂੰ ਯਾਦ ਵੀ ਹੈ ਔਰ ਕਿਸ ਤਰ੍ਹਾਂ ਉਹਨਾਂ ਸੰਸਕਾਰਾਂ ਦਾ ਪਾਲਨ ਕਰਨਾ ਚਾਹੀਦਾ ਹੈ, ਇਹ ਵੀ ਅੱਜ ਅਸੀਂ ਦੇਖਦੇ ਹਾਂ ਔਰ ਅਸੀਂ ਉਹਨਾਂ ਦੇ ਬਾਰੇ ਜਾਣਦੇ ਵੀ ਹਾਂ। ਤਾਂ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਜਨਮ ਦਿਨ ਦੇ ਬਾਰੇ। ਜਨਮ ਦਿਨ ਦਾ ਸੰਸਕਾਰ ਆਪਣੇ ਦੇਸ਼ ਦੇ ਵਿੱਚ ਮਨੁੱਖ ਜਨਮ ਨੂੰ ਨਰ ਤੋਂ ਨਾਰਾਇਣ ਦੀ ਯਾਤਰਾ ਦਾ ਪਹਿਲਾ ਚਰਨ ਮੰਨਿਆ ਗਿਆ ਹੈ। ਇਸ ਨੂੰ 86 ਲੱਖ ਯੋਨੀਆਂ ਦੇ ਵਿੱਚ ਸਭ ਤੋਂ ਪਵਿੱਤਰ ਮੰਨਿਆ ਗਿਆ ਹੈ ਕਿ ਇਸ ਜਨਮ ਤੋਂ ਬਾਅਦ ਵਿਅਕਤੀ ਨੂੰ ਮੁਕਤੀ ਮਿਲ ਜਾਂਦੀ ਹੈ ਔਰ ਸਿੱਧੇ ਉਹ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜਾ ਕੇ ਬੈਠ ਜਾਂਦਾ ਹੈ। ਇਸ ਕਰਕੇ ਆਪਣਾ ਜਨਮ ਦਿਨ ਮਨਾਣਾ ਇਹ ਜਿਹੜਾ ਹੈ ਇੱਕ ਬੜਾ ਹੀ ਜਿਸ ਨੂੰ ਕਹਿ ਸਕਦੇ ਹਾਂ ਕਿ ਬੜਾ ਮਹੱਤਵਪੂਰਨ ਐਸਾ ਅਵਸਰ ਹੁੰਦਾ ਹੈ ਜਿਸ ਦਿਨ ਅਸੀਂ ਆਪਣੇ ਜਨਮ ਦਿਨ ਦੇ ਮਾਧਿਅਮ ਰਾਹੀਂ ਪੂਰੇ ਆਪਣੇ ਜਨਮਾਂ ਦਾ ਵਿਚਾਰ ਕਰਦੇ ਹਾਂ। ਇਸ ਕਰਕੇ ਸਵੇਰੇ ਉੱਠਦੇ ਹਾਂ, ਮੰਦਿਰ ਜਾਂਦੇ ਹਾਂ, ਗੁਰਦੁਆਰਾ ਸਾਹਿਬ ਜਾਂਦੇ ਹਾਂ, ਬੜਿਆਂ ਦੀ ਨਮਸਕਾਰ ਕਰਦੇ ਹਾਂ, ਗਊਸ਼ਾਲਾ ਜਾਂਦੇ ਹਾਂ। ਉਸ ਦਿਨ ਅਸੀਂ ਕੜਾਹ ਪ੍ਰਸ਼ਾਦ ਵੰਡਦੇ ਹਾਂ ਔਰ ਇੱਕ ਪ੍ਰਕਾਰ ਦੇ ਨਾਲ ਸਾਰਾ ਦਿਨ ਖੁਸ਼ ਹੋ ਕੇ ਪ੍ਰਮਾਤਮਾ ਦਾ ਆਸ਼ੀਰਵਾਦ ਲੈਂਦੇ ਹਾਂ ਕਿ ਇੱਕ ਸਾਲ ਜਿਹੜਾ ਹੈ ਇਹ ਸਾਨੂੰ ਪ੍ਰਾਪਤ ਹੋਇਆ ਹੈ, ਅਗਲਾ ਸਾਲ ਸਾਡਾ ਅੱਛਾ ਹੋਵੇ। ਤਾਂ ਇਸ ਪ੍ਰਕਾਰ ਇੱਕ ਸਾਤਵਿਕ ਵਾਤਾਵਰਣ ਦੇ ਵਿੱਚ ਅਸੀਂ ਲੱਖਾਂ ਸਾਲਾਂ ਤੋਂ ਆਪਣਾ ਜਨਮ ਦਿਨ ਮਨਾਉਂਦੇ ਆ ਰਹੇ ਹਾਂ। ਅੱਜ ਵੀ ਲੋਕ ਇਸ ਨੂੰ ਮਨਾ ਰਹੇ ਹਾਂ। ਇਹੀ ਪਰੰਪਰਾ ਚੱਲਦੀ ਰਹੇ ਤਾਂ ਅਸੀਂ ਇਸ ਸੰਸਕਾਰ ਦਾ ਜਿਹੜਾ ਹੈ ਉਹ ਸਹੀ ਪਾਲਨ ਕਰ ਸਕਦੇ ਹਾਂ। ਦੂਸਰਾ ਹੈ ਵਿਵਾਹ ਦੇ ਬਾਰੇ। ਵਿਵਾਹ ਸੰਸਕਾਰ ਜਿਹੜਾ ਹੈ ਇਹ ਸਾਡਾ ਇੱਕ ਮਹੱਤਵਪੂਰਨ ਸੰਸਕਾਰ ਹੈ। ਵਾਸਤਵ ਦੇ ਵਿੱਚ ਵਿਵਾਹ ਤੋਂ ਬਾਅਦ ਹੀ ਗ੍ਰਸਥ ਜੀਵਨ ਦੇ ਵਿੱਚ ਵਿਅਕਤੀ ਦਾ ਪ੍ਰਵੇਸ਼ ਹੁੰਦਾ ਹੈ ਔਰ ਉਹ ਗ੍ਰਸਥੀ ਜਿਹੜਾ ਹੈ ਜਿਸ ਨੂੰ ਕਿ ਆਪਣੇ ਸ਼ਾਸਤਰਾਂ ਦੇ ਵਿੱਚ ਕਿਹਾ ਗਿਆ ਹੈ ਕਿ ਗ੍ਰਸਥ ਨੂੰ ਹੀ ਮੋਕਸ਼ ਪ੍ਰਾਪਤੀ ਹੁੰਦੀ ਹੈ, ਪ੍ਰਮਾਤਮਾ ਦੇ ਦਰਸ਼ਨ ਹੁੰਦੇ ਨੇ ਔਰ ਇੱਕ ਗ੍ਰਸਥ ਦੇ ਘਰ ਹੀ ਸੰਨਿਆਸੀ ਵੀ ਪੈਦਾ ਹੁੰਦਾ ਹੈ, ਇੱਕ ਗ੍ਰਸਥ ਦੇ ਘਰ ਹੀ ਸੈਨਿਕ ਪੈਦਾ ਹੁੰਦਾ ਹੈ, ਵਪਾਰੀ ਪੈਦਾ ਹੁੰਦਾ, ਡਾਕਟਰ ਪੈਦਾ ਹੁੰਦਾ, ਸਾਇੰਟਿਸਟ ਪੈਦਾ ਹੁੰਦੇ ਨੇ। ਤੇ ਐਸਾ ਜਿਹੜਾ ਗ੍ਰਸਥ ਜੀਵਨ ਦੀ ਸ਼ੁਰੂਆਤ ਯਾਨੀ ਵਿਵਾਹ ਹੈ ਉਹ ਬੜੇ ਪਵਿੱਤਰਤਾ ਦੇ ਨਾਲ, ਬੜੇ ਹੀ ਜਿਸ ਨੂੰ ਕਹਿੰਦੇ ਆ ਕਿ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ, ਜਿਨ੍ਹਾਂ ਦਾ ਬਹੁਤ ਬੜਾ ਇੱਕ ਸਾਇੰਟੀਫਿਕ ਅਸਰ ਹੁੰਦਾ ਹੈ, ਸਾਨੂੰ ਉਸ ਪਵਿੱਤਰਤਾ ਦੇ ਨਾਲ ਮਨਾਉਣਾ ਚਾਹੀਦਾ ਹੈ। ਇਸ ਕਰਕੇ ਪੁਰਾਣੇ ਜ਼ਮਾਨੇ ਦੇ ਵਿੱਚ ਵੀ ਵਿਆਹ ਜਿਹੜਾ ਹੈ ਉਹ ਜਾਂ ਤਾਂ ਕੁੜੀ ਦੇ ਵਾਲਿਆਂ ਦੇ ਘਰ ਮਨਾਇਆ ਜਾਂਦਾ ਸੀ ਜਾਂ ਕਿਸੇ ਮੰਦਿਰ ਜਾਂ ਕਿਸੇ ਪਵਿੱਤਰ ਸਥਾਨ ਦੇ ਉੱਤੇ। ਤਾਂ ਐਸੇ ਵਿਵਾਹ ਜਿਹੜਾ ਕਿ ਇੱਕ ਨਈ ਸ੍ਰਿਸ਼ਟੀ ਦਾ ਨਿਰਮਾਣ ਕਰਦਾ ਹੈ, ਐਸੇ ਵਿਵਾਹ ਸਿਸਟਮ ਨੂੰ, ਪੱਧਤੀ ਨੂੰ, ਵਿਵਾਹ ਸੰਸਕਾਰ ਨੂੰ ਸਾਨੂੰ ਪਵਿੱਤਰਤਾ ਦੇ ਨਾਲ ਮਨਾਉਣਾ ਚਾਹੀਦਾ ਹੈ। ਔਰ ਉਸ ਦਿਨ ਸਿਰਫ ਵਰ ਵਧੂ ਦਾ ਨਹੀਂ ਹੈ, ਸਾਰੇ ਰਿਸ਼ਤੇਦਾਰਾਂ ਦਾ ਵੀ ਮਿਲਨ ਹੁੰਦਾ, ਪਰਿਚੈ ਹੁੰਦਾ ਹੈ ਔਰ ਇੱਕ ਨਈ ਸ੍ਰਿਸ਼ਟੀ ਦਾ ਨਿਰਮਾਣ ਹੋਣ ਜਾ ਰਿਹਾ ਹੁੰਦਾ ਹੈ। ਇਸ ਕਰਕੇ ਇਸ ਵਿਵਾਹ ਸੰਸਕਾਰ ਦੀ ਪਵਿੱਤਰਤਾ ਜਿਹੜੀ ਹੈ ਉਹ ਸਾਨੂੰ ਬਹਾਲ ਕਰਨੀ ਚਾਹੀਦੀ ਹੈ ਔਰ ਇਸ ਨੂੰ ਬੜੀ ਹੀ ਗਰਿਮਾ ਦੇ ਨਾਲ ਔਰ ਧਾਰਮਿਕ ਵਾਤਾਵਰਣ ਦੇ ਵਿੱਚ ਇਸ ਨੂੰ ਕਰਨਾ ਚਾਹੀਦਾ ਹੈ। ਤੀਸਰਾ ਹੈ ਅੰਤਿਮ ਸੰਸਕਾਰ। ਇਹ ਜਿਹੜਾ ਅੰਤਿਮ ਸੰਸਕਾਰ ਹੈ ਹਰ ਕਿਸੇ ਦਾ ਹੁੰਦਾ ਹੈ।
ਅੰਤਿਮ ਸੰਸਕਾਰ ਦਾ ਮਤਲਬ ਹੈ ਕਿ ਆਪਣਾ ਜਿਹੜਾ ਸਨਾਤਨ ਧਰਮ ਹੈ ਇਸ ਦੇ ਵਿੱਚ ਅੰਤਿਮ ਸੰਸਕਾਰ ਸਮਾਪਤ ਨਹੀਂ ਹੈ। ਇਸ ਤੋਂ ਬਾਅਦ ਉਸ ਯਾਤਰਾ ਦੀ ਸਰੀਰ ਸਮਾਪਤ ਹੋ ਜਾਂਦਾ ਹੈ, ਪਰ ਉਸ ਜੀਵ ਦੀ ਇੱਕ ਨਈ ਯਾਤਰਾ ਸ਼ੁਰੂ ਹੁੰਦੀ ਹੈ। ਇਸ ਕਰਕੇ ਅੰਤਿਮ ਸੰਸਕਾਰ ਦਾ ਜਿਹੜਾ ਵਿਧੀਵਤ ਸਾਡੇ ਬਣਾਇਆ ਗਿਆ ਹੈ, ਯਾਨੀ ਸਿਸਟਮ ਬਣਾਇਆ ਗਿਆ ਹੈ, ਵਿਵਸਥਾ ਬਣਾਈ ਗਈ ਕਿ 13 ਦਿਨ ਬਾਅਦ ਉਸ ਦਾ ਭੋਗ ਪੈਂਦਾ ਹੈ ਔਰ ਇੱਕ ਇੱਕ ਦਿਨ ਉਹਦੇ ਲਈ ਸਾਰੀ ਵਿਵਸਥਾ ਹੁੰਦੀ ਹੈ। ਤਾਂ ਗਰੁਣ ਪੁਰਾਣ ਦੇ ਵਿੱਚ ਇਸ ਅੰਤਿਮ ਸੰਸਕਾਰ ਦੀ ਪੂਰੀ ਵਿਧੀ ਵਿਧਾਨ ਲਿਖੀ ਗਈ ਹੈ। ਵਾਸਤਵ ਦੇ ਵਿੱਚ ਅੰਤਿਮ ਸੰਸਕਾਰ ਕਿਸੇ ਨੂੰ ਖੁਸ਼ ਕਰਨ ਲਈ ਨਹੀਂ ਹੈ, ਸਾਡੀ ਸੰਤੁਸ਼ਟੀ ਲਈ ਨਹੀਂ ਹੈ। ਇਹ ਅੰਤਿਮ ਸੰਸਕਾਰ ਉਸ ਆਤਮਾ ਦੇ ਲਈ ਹੈ ਕਿ ਜਿਹੜੀ ਆਤਮਾ ਸਾਡੇ ਘਰ 50 ਸਾਲ 60 ਸਾਲ 70 ਸਾਲ ਸਾਡੇ ਨਾਲ ਰਹਿ ਕੇ ਗਈ ਹੈ ਔਰ ਉਸਨੇ ਸਾਡੀ ਸੇਵਾ ਕੀਤੀ ਹੈ, ਸਾਡਾ ਵੰਸ਼ ਦੀ ਵਿਰਧੀ ਕੀਤੀ ਹੈ। ਹੁਣ ਉਸਨੇ ਨਏ ਸਥਾਨ ਤੇ ਜਾ ਕੇ ਆਪਣੀ ਯਾਤਰਾ ਸ਼ੁਰੂ ਕਰਨੀ ਹੈ। ਇਸ ਕਰਕੇ ਇਹ ਜਿਹੜਾ ਅੰਤਿਮ ਸੰਸਕਾਰ ਦੀ ਪੱਧਤੀ ਹੈ ਔਰ ਜਿਹੜੇ ਸਾਡੇ 13 ਦਿਨ ਤੱਕ ਰੀਤੀ ਰਿਵਾਜ ਚੱਲਦੇ ਨੇ, ਉਸ ਦਾ ਕੜਾਈ ਦੇ ਨਾਲ ਪਾਲਨ ਕਰਨਾ, ਸ਼ਰਧਾ ਪੂਰਵਕ ਪਾਲਨ ਕਰਨਾ, ਸਮਝ ਕੇ ਉਸ ਨੂੰ ਪਾਲਨ ਕਰਨਾ, ਇਹ 3 ਸੰਸਕਾਰ ਜਿਹਦੇ ਬਾਰੇ ਅਸੀਂ ਸਾਰੇ ਜਾਣਦੇ ਹਾਂ। ਇਸ ਦਾ ਇਹ ਜਿਹੜਾ ਮੈਂ ਸਰੂਪ ਦੱਸਿਆ, ਇਹ ਬਹੁਤ ਸਾਰੇ ਲੋਕ ਸਾਥੀਓ ਜਾਣਦੇ ਨੇ, ਪਰ ਅਸੀਂ ਵਿਚਾਰ ਕਰੀਏ ਕਿ ਕਿਆ ਅਸੀਂ ਜਨਮ ਦਿਨ ਇਸੇ ਤਰ੍ਹਾਂ ਮਨਾ ਰਹੇ ਹਾਂ? ਕਿਆ ਵਿਵਾਹ ਸੰਸਕਾਰ ਅਸੀਂ ਇਸੇ ਤਰ੍ਹਾਂ ਮਨਾ ਰਹੇ ਹਾਂ? ਕਿਆ ਅੰਤਿਮ ਸੰਸਕਾਰ ਦੀ ਜਿਹੜੀ ਪੱਧਤੀ ਹੈ, ਅੰਤਿਮ ਕਿਰਿਆ ਦੀ ਪੱਧਤੀ ਜਿਹੜੀ ਹੈ, ਉਹ ਅਸੀਂ ਇਸੇ ਤਰ੍ਹਾਂ ਮਨਾ ਰਹੇ ਹਾਂ? ਤਾਂ ਮੈਨੂੰ ਲੱਗਦਾ ਹੈ ਤੁਸੀਂ ਵਿਚਾਰ ਕਰੋ, ਔਰ ਜੇ ਅਸੀਂ ਇਸ ਤਰ੍ਹਾਂ ਨਹੀਂ ਬਣਾ ਰਹੇ ਹਾਂ ਤਾਂ ਇਸ ਤਰ੍ਹਾਂ ਮਨਾਉਣਾ ਸ਼ੁਰੂ ਕਰੋ। ਤੁਸੀਂ ਸੋਚੋਗੇ ਇਹਦੇ ਨਾਲ ਕੀ ਫਰਕ ਪੈ ਜਾਏਗਾ? ਤਾਂ ਮੈਂ ਤੁਹਾਨੂੰ ਕਹਾਂਗਾ ਜ਼ਰੂਰ ਫਰਕ ਪਏਗਾ। ਇੱਕ ਵਾਰੀ ਤੁਸੀਂ ਇਹਨਾਂ 3 ਚੀਜ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਕੇ ਦੇਖੋ। ਸ਼ੁਰੂਆਤ ਕਿੱਥੋਂ ਕਰਨੀ ਹੈ? ਸਵਯੰ ਤੋਂ ਕਰਨੀ ਹੈ ਕਿ ਮੈਂ ਆਪਣਾ ਜਨਮ ਦਿਨ ਕੈਸੇ ਮਨਾਵਾਂਗਾ। ਮੈਂ ਆਪਣੇ ਪਰਿਵਾਰ ਦੇ ਵਿੱਚ ਜਿਹੜਾ ਵਿਵਾਹ ਹੈ ਉਸ ਦੇ ਵਿੱਚ ਕੈਮਰੇ ਵਾਲੇ ਨੂੰ ਜ਼ਿਆਦਾ ਮਹੱਤਵ ਦੇਵਾਂਗਾ, ਉਸ ਦੇ ਵਿੱਚ ਮੈਂ ਕੈਟਰਿੰਗ ਵਾਲੇ ਨੂੰ ਜ਼ਿਆਦਾ ਮਹੱਤਵ ਦੇਵਾਂਗਾ, ਜਾਂ ਪੰਡਿਤ ਜੀ ਜਿਨ੍ਹਾਂ ਨੇ ਵਿਆਹ ਕਰਾਣਾ ਉਹਨੂੰ ਮਹੱਤਵ ਦੇਵਾਂਗਾ। ਅੰਤਿਮ ਸੰਸਕਾਰ ਵਾਲੇ ਵੇਲੇ ਵੀ ਮੈਂ ਆਪਣੇ ਪੂਰਵਜਾਂ ਦੇ ਲਈ, ਆਪਣੇ ਪੂਰਵਜਾਂ ਦੀ ਆਤਮਿਕ ਸ਼ਾਂਤੀ ਲਈ ਮੈਂ ਇਹ ਕੰਮ ਕਰ ਰਿਹਾ। ਇਹਦੇ ਲਈ ਉਹਨਾਂ ਦਾ ਮਹੱਤਵ ਮੇਰੇ ਧਿਆਨ 'ਚ ਰਹੇ। ਤਾਂ ਮੈਨੂੰ ਲੱਗਦਾ ਹੈ ਕਿ ਜਿਹੜਾ ਅੱਜ ਇਹਦਾ 3 ਸੰਸਕਾਰਾਂ ਦੇ ਬਾਰੇ ਜਿਹੜੀ ਅੱਜ ਸਾਨੂੰ ਜਾਣਕਾਰੀ ਹੈ, ਪਰ ਅਸੀਂ ਅਗਿਆਨਤਾਵਸ਼ ਇਸ ਨੂੰ ਗਲਤ ਤਰੀਕੇ ਦੇ ਨਾਲ ਮਨਾ ਰਹੇ ਹਾਂ। ਗਲਤ ਮੈਂ ਨਹੀਂ ਕਹਾਂਗਾ, ਮੈਂ ਕਹਾਂਗਾ ਜਿਹੜੀ ਸਮਾਜ ਦੇ ਵਿੱਚ ਇੱਕ ਵਿਵਹਾਰ ਚੱਲ ਪਿਆ ਹੈ ਉਸ ਦੇ ਮੁਤਾਬਿਕ ਅਸੀਂ ਮਨਾਉਣਾ ਸ਼ੁਰੂ ਕਰ ਰਹੇ ਹਾਂ। ਉਸ ਦੇ ਨਾਲ ਸਾਥੀਓ, ਇਹ ਜਿਹੜੇ 16 ਸੰਸਕਾਰਾਂ ਦੇ 13 ਸੰਸਕਾਰ ਤਾਂ ਅਸੀਂ ਭੁੱਲ ਹੀ ਗਏ ਹਾਂ। 3 ਸੰਸਕਾਰ ਅਸੀਂ ਜਿਹੜੇ ਯਾਦ ਹੈ, ਫਿਰ ਵੀ ਅਸੀਂ ਇਹਨੂੰ ਸਹੀ ਤਰੀਕੇ ਨਾਲ ਨਹੀਂ ਮਨਾ ਪਾ ਰਹੇ ਹਾਂ। ਉਸ ਦੇ ਕਾਰਨ ਇੱਕ ਜਿਹੜਾ 17 ਲੱਖ ਸਾਲ ਪੁਰਾਣੀ ਪਰੰਪਰਾ ਹੈ, ਸਭਿਅਤਾ ਹੈ, ਸੰਸਕ੍ਰਿਤੀ ਹੈ, ਉਸ ਦਾ ਸਮਾਪਨ ਹੋ ਜਾਏਗਾ, ਸਮਾਪਤ ਹੋ ਜਾਏਗੀ ਜੇ ਅਸੀਂ ਇਸ ਨੂੰ ਠੀਕ ਨਹੀਂ ਕੀਤਾ। ਇਸ ਵੀਡੀਓ ਦੇ ਰਾਹੀਂ ਅੱਜ ਮੈਂ 3 ਸੰਸਕਾਰਾਂ ਦੀ ਗੱਲ ਕੀਤੀ ਹੈ ਤੇ ਤੁਸੀਂ ਯਾਨੀ ਅਸੀਂ ਸਾਰੇ ਮਿਲ ਕੇ ਪਹਿਲਾਂ ਆਪਣੇ ਪਰਿਵਾਰ ਦੇ ਵਿੱਚ ਕਰੀਏ, ਫਿਰ ਆਪਣੇ ਦੋਸਤਾਂ ਮਿੱਤਰਾਂ ਨੂੰ ਸਲਾਹ ਦਈਏ, ਔਰ ਫਿਰ ਜਿੱਥੇ ਅਸੀਂ ਕੰਮ ਕਰਦੇ ਹਾਂ, ਜਿਹੜੀ ਸਾਡੇ ਨਾਲ ਸਾਥੀ ਕੰਮ ਕਰਦੇ ਨੇ, ਫੈਕਟਰੀ ਹੈ, ਦੁਕਾਨ ਹੈ, ਉੱਥੇ ਰਹਿ ਰਹੇ ਸਾਥੀਆਂ ਨੂੰ ਆਗਰਾ ਕਰੀਏ ਕਿ ਉਹ ਇਹਨਾਂ 3 ਚੀਜ਼ਾਂ ਨੂੰ, ਭਾਰਤੀ ਪਰੰਪਰਾ, ਸਭਿਅਤਾ, ਸੰਸਕ੍ਰਿਤੀ ਜਿਹੜੀ ਪਿਛਲੇ 17 ਲੱਖ ਸਾਲਾਂ ਤੋਂ ਇਸ ਦੇਸ਼ ਦੇ ਵਿੱਚ ਚੱਲ ਰਹੀ ਹੈ, ਜਿਸ ਨੂੰ ਸਮਾਪਤ ਕਰਨ ਲਈ ਇਤਨੇ ਸਾਰੇ ਹਮਲੇ ਹੋਏ ਨੇ, ਜਿਹਦਾ ਪਰਿਣਾਮ ਹੈ ਕਿ ਅਸੀਂ 16 ਦੇ ਚੋਂ 13 ਸੰਸਕਾਰ ਤਾਂ ਭੁੱਲੇ ਗਏ ਆ, 3 ਯਾਦ ਹੈ ਤਾਂ ਉਹਨਾਂ ਦਾ ਵੀ ਮਤਾਂਤਰਣ ਹੋ ਗਿਆ। ਉਹ ਵੀ 3 ਅਸੀਂ ਅੱਜ ਪੱਛਮੀ ਸਭਿਅਤਾ ਦੇ ਮੁਤਾਬਿਕ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਉਸ ਨੂੰ ਵਾਪਸ ਸਨਾਤਨ ਪਰੰਪਰਾ ਦੇ ਅਨੁਸਾਰ ਮਨਾਉਣਾ ਸ਼ੁਰੂ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਬੜਾ ਮਾਨਸਿਕ ਤਣਾਅ, ਜਿਹੜੀ ਅੱਜ ਡਿਪਰੈਸ਼ਨ ਦੀ ਸਮੱਸਿਆ ਸਾਡੇ ਸਾਰਿਆਂ ਨੂੰ ਡਿਪਰੈਸ਼ਨ ਦੀ ਸਮੱਸਿਆ ਤੋਂ ਅਸੀਂ ਜੂਝ ਰਹੇ ਹਾਂ, ਉਸ ਤੋਂ ਵੀ ਸਾਨੂੰ ਨਿਜਾਤ ਮਿਲੇਗੀ ਔਰ ਸਾਡਾ ਪਰਿਵਾਰ ਜਿਹੜਾ ਅੱਜ ਵਿਖਰਦਾ ਨਜ਼ਰ ਆ ਰਿਹਾ ਉਸ ਨੂੰ ਵੀ ਇੱਕ ਸਹੀ ਦਿਸ਼ਾ ਜਿਹੜੀ ਹੈ ਉਹ ਮਿਲੇਗੀ। ਸਾਥੀਓ, ਜੇ ਤੁਸੀਂ ਇਸ ਚੀਜ਼ ਨਾਲ ਜੁੜਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਅਸੀਂ ਇਸ ਵਿਸ਼ੇ ਦੇ ਉੱਤੇ ਹੋਰ ਜਾਣਕਾਰੀ ਦੇਣ ਲਈ ਇੱਕ ਫੇਸਬੁੱਕ ਪੇਜ, ਇੱਕ ਟਵਿੱਟਰ ਅਕਾਊਂਟ ਔਰ ਇੱਕ ਇੰਸਟਾਗ੍ਰਾਮ ਤੇ ਵੀ ਅਸੀਂ ਇਸ ਵਿਸ਼ੇ ਦੀ ਮੁਹਿੰਮ ਚਲਾਉਣ ਲੱਗੇ ਹਾਂ। ਜੇ ਤੁਸੀਂ ਇਸ ਵਿਸ਼ੇ ਤੇ ਜੁੜਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜੋ ਔਰ ਜੁੜ ਕੇ ਇਹ ਜਿਹੜੀ 17 ਲੱਖ, ਮੈਂ ਬਾਰ-ਬਾਰ ਕਿਉਂ ਕਹਿ ਰਿਹਾ ਕਿ ਇਹ ਕੋਈ 1-2 ਦਿਨ 2-4 10 ਲੋਕਾਂ ਦੀ ਬਣਾਈ ਪਰੰਪਰਾ ਨਹੀਂ ਹੈ, ਇਤਨੀ ਪ੍ਰਾਚੀਨ ਪਰੰਪਰਾ ਹੈ। ਉਸ ਪਰੰਪਰਾ ਨੂੰ ਜੀਵਿਤ ਰੱਖਣ ਲਈ ਆਓ ਅਸੀਂ ਮਿਲ ਕੇ ਆਪਣੇ ਜੀਵਨ ਦੇ ਵਿੱਚ ਅਪਣਾਈਏ। ਸਾਡੇ ਪੁਰਖਿਆਂ ਨੇ ਕੋਈ ਗੱਲ ਲਿਖ ਕੇ ਨਹੀਂ ਸਾਨੂੰ ਦੱਸੀ, ਆਪਣੇ ਜੀਵਨ ਦੇ ਨਾਲ ਦੱਸੀ ਹੈ ਔਰ ਅਸੀਂ ਉਸ ਜੀਵਨ ਨੂੰ ਸਵੀਕਾਰ ਕਰੀਏ ਤਾਂ ਨਿਸ਼ਚਿਤ ਹੀ ਆਉਣ ਵਾਲੀ ਪੀੜ੍ਹੀ ਨੂੰ ਵੀ ਅਸੀਂ ਇੱਕ ਪੁਰਾਤਨ ਚੀਜ਼ ਦੇ ਕੇ ਜਾਵਾਂਗੇ। ਤੇ ਸਾਥੀਓ, ਮੈਂ ਇਹਨਾਂ ਸ਼ਬਦਾਂ ਨਾਲ ਫਿਰ
ਅਗਲਾ ਜਦ ਵੀਡੀਓ ਆਏਗਾ ਤਾਂ ਉਹਦੇ ਵਿੱਚ ਬਾਕੀ ਸੰਸਕਾਰਾਂ ਦੀ ਵੀ ਗੱਲ ਕਰਾਂਗੇ। ਲੇਕਿਨ ਇੱਕ ਵਾਰ ਮੈਂ ਸਾਰਿਆਂ ਕੋਲ ਅਪੀਲ ਕਰਦਾ ਕਿ ਇਹ 3 ਸੰਸਕਾਰ ਜਿਹੜੇ ਨੇ ਇਹਨੂੰ ਆਪਣੇ ਜੀਵਨ ਦੇ ਵਿੱਚ ਅਸੀਂ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਔਰ ਇਸ ਦਾ ਜਿਹੜਾ ਹੈ ਉਹ ਲਾਭ ਉਠਾਈਏ। ਅਗਲੇ ਵੀਡੀਓ ਦੇ ਵਿੱਚ ਬਾਕੀ ਸੰਸਕਾਰਾਂ ਦੇ ਬਾਰੇ ਵੀ ਤੁਹਾਡੇ ਨਾਲ ਚਰਚਾ ਕਰਾਂਗੇ ਔਰ ਜਿਹੜੇ ਲੋਕ ਮੇਰੇ ਨਾਲ ਇਸ ਅਭਿਆਨ 'ਚ ਜੁੜਨਾ ਚਾਹੁੰਦੇ ਨੇ ਤਾਂ ਉਹ ਜੁੜਨ। ਮੈਂ ਜਿਸ ਤਰ੍ਹਾਂ ਫੇਸਬੁੱਕ ਵਗੈਰਾ ਤੁਹਾਨੂੰ ਦੱਸਿਆ ਹੈ, ਸਾਡਾ ਮਿਸ਼ਨ ਹੈ ਮੇਰਾ ਵਿਰਸਾ ਮੇਰਾ ਧਰਮ, ਰੱਖਿਆ ਕਰਨਾ ਸਾਡਾ ਕਰਮ। ਸਾਥੀਓ, ਇਹ ਜਿਹੜੀ ਸਾਡੀ ਵਿਰਾਸਤ ਹੈ ਇਹੀ ਧਰਮ ਹੈ ਔਰ ਇਸ ਦੀ ਰਾਖੀ ਕਰਨਾ ਹੀ ਸਾਡਾ ਕਰਮ ਹੈ। ਜਿਸ ਦਿਨ ਅਸੀਂ ਧਰਮ ਦੀ ਰਾਖੀ ਕਰਨੀ ਸ਼ੁਰੂ ਕਰ ਦਿੱਤੀ, ਅਰਥਾਤ ਆਪਣੇ ਵਿਰਸੇ ਨੂੰ ਸੰਭਾਲਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ, ਉਸ ਦਿਨ ਤੋਂ ਬਾਅਦ ਸਾਡੇ ਜੀਵਨ ਦਾ ਜਿਹੜਾ ਹੈ ਉਤਕਰਸ਼ ਸ਼ੁਰੂ ਹੋ ਜਾਏਗਾ। ਸਾਡੇ ਜੀਵਨ ਦੇ ਵਿੱਚ ਸੁੱਖ ਸਮਰਿੱਧੀ ਆਣੀ ਸ਼ੁਰੂ ਹੋ ਜਾਏਗੀ। ਤੇ ਮੈਂ ਚਾਹੁੰਦਾ ਹਾਂ ਕਿ ਰੋਟੀ ਕਪੜਾ ਮਕਾਨ ਲਈ ਤਾਂ ਅਸੀਂ ਕੰਮ ਕਰ ਹੀ ਰਹੇ ਹਾਂ, ਇੱਕ ਧਰਮ ਦੇ ਲਈ ਵੀ। ਧਰਮ ਦਾ ਮਤਲਬ ਸਮਝੀਏ, ਧਰਮ ਦਾ ਮਤਲਬ ਕੋਈ ਪੂਜਾ ਪਾਠ ਕਰਮ ਕਾਂਡ ਨਹੀਂ। ਧਰਮ ਦਾ ਮਤਲਬ ਹੈ ਆਪਣੇ ਪੁਰਖਿਆਂ ਦੀ ਵਿਰਾਸਤ ਨੂੰ ਸੰਭਾਲਣਾ ਔਰ ਉਹਦੇ ਲਈ ਕੰਮ ਕਰਨਾ। ਤਾਂ ਅਸੀਂ ਇਹ 3 ਕੰਮ ਕਰਕੇ ਆਪਣਾ ਜਨਮ ਦਿਨ ਮਨਾ ਕੇ ਆਪਣੇ ਵਿਵਾਹ ਔਰ ਆਪਣੀ ਜਿਹੜੀ ਅੰਤਿਮ ਸੰਸਕਾਰ ਦਾ ਵਿਵਸਥਾ ਹੈ ਇਸ ਨੂੰ ਸਹੀ ਤਰੀਕੇ ਦੇ ਨਾਲ ਲਾਗੂ ਕਰਕੇ ਆਪਣੇ ਵਿਰਸੇ ਨੂੰ ਸੰਭਾਲਣ ਦੇ ਵੱਲ ਸਾਡਾ ਇੱਕ ਕਦਮ ਵਧੇਗਾ ਔਰ ਇਸ ਨੂੰ ਇਹ ਕਰਕੇ ਅਸੀਂ ਆਪਣੀ ਧਰਮ ਦੀ ਵੀ ਰਾਖੀ ਕਰ ਸਕਾਂਗੇ ਔਰ ਧਰਮ ਦੀ ਰਾਖੀ ਕਰਾਂਗੇ ਤਾਂ ਨਿਸ਼ਚਿਤ ਹੀ ਸਾਡੇ ਆਉਣ ਵਾਲੀ ਪੀੜ੍ਹੀ ਵੀ ਜਿਹੜੀ ਹੈ ਉਹ ਸਨਾਤਨ ਧਰਮ ਨੂੰ ਮੰਨਣ ਵਾਲੀ ਹੋਏਗੀ। ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਸੁਣਿਆ ਔਰ ਇਸ ਦੀ ਚਰਚਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਕਰੋ ਤਾਂ ਕਿ ਅਸੀਂ ਆਪਣੇ ਇਸ 17 ਲੱਖ ਪੁਰਾਣੇ ਸਨਾਤਨ ਧਰਮ ਨੂੰ ਮਜ਼ਬੂਤ ਕਰ ਲਈਏ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ।